ਇੱਕ ਸ਼ਾਮ ਉਸਦੀ ਇੱਕ ਬੁੱਢੇ ਆਦਮੀ ਨਾਲ ਮੰਗਣੀ ਦੀ ਰਾਤ ਸੀ, ਜੋ ਕਿ ਮਹਿਤਾ ਪਰਿਵਾਰ ਦਾ ਤੀਜਾ ਪੁੱਤਰ ਹੈ। ਕਮਰੇ ਵਿੱਚ ਹਨੇਰਾ ਸੀ। ਨੇਹਾ ਉਸਦੇ ਬਿਸਤਰੇ ਉੱਤੇ ਪਈ ਹੋਈ ਸੀ, ਜਿਸ ਦਾ ਉਸ ਨਾਲ ਮੰਗਣਾ ਹੋਣ ਵਾਲਾ ਸੀ। ਉਸਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਜਾਦੂ ਵਿੱਚ ਫਸ ਗਈ ਹੈ ਅਤੇ ਹਿੱਲ ਨਹੀਂ ਸਕਦੀ। ਅਚਾਨਕ ਉਸਨੇ ਸੁਣਿਆ ਕਿ ਕਿਸੇ ਨੇ ਦਰਵਾਜ਼ਾ ਖੋਲ੍ਹਿਆ। ਉਹ ਬਹੁਤ ਡਰੀ ਹੋਈ ਸੀ ਅਤੇ ਡਰ ਕਾਰਨ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਹ ਡਰ ਰਹੀ ਸੀ ਕਿ ਅੱਗੇ ਕੀ ਵਾਪਰੇਗਾ। ਲੋਕਾਂ ਵਿੱਚ ਇਹ ਅਫਵਾਹਾਂ ਗੂੰਜਦੀਆਂ ਹਨ ਕਿ ਮਹਿਤਾ ਪਰਿਵਾਰ ਦਾ ਤੀਜਾ ਪੁੱਤਰ ਘ੍ਰਿਣਾਯੋਗ, ਵਿਵੇਕਹੀਨ, ਬਦਸੂਰਤ ਅਤੇ ਬਦਨਾਮ ਸੀ। ਕਈ ਲੋਕ ਤਾਂ ਇੱਥੋਂ ਤੱਕ ਵੀ ਆਖਦੇ ਸਨ ਕਿ ਉਹ ਸਿਰੇ ਦਾ ਅਯਾਸ਼ ਹੈ। ਭਾਵੇਂ ਕੋਈ ਮਹਿਤਾ ਪਰਿਵਾਰ ਦੀ ਦੌਲਤ ਲਈ ਲਾਲਚੀ ਸੀ, ਫਿਰ ਵੀ ਕੋਈ ਆਪਣੀਆਂ ਧੀਆਂ ਦਾ ਵਿਆਹ ਉਸ ਨਾਲ ਕਰਨ ਦੀ ਹਿੰਮਤ ਨਹੀਂ ਕਰਦਾ ਸੀ। ਹਾਲਾਂਕਿ ਸੁਨੇਹਾ ਦੇ ਪਰਿਵਾਰ ਨੇ ਕੀਤਾ, ਕਿਉਂਕਿ ਸੁਨੇਹਾ ਦੇ ਪਰਿਵਾਰ ਕੋਲ ਪੈਸੇ ਦੀ ਘਾਟ ਸੀ। ਉਸਦੇ ਪਿਤਾ ਗੰਭੀਰ ਸੰਕਟ ਵਿੱਚ ਸੀ। ਸੁਨੇਹਾ ਦੇ ਪਿਤਾ ਨੇ ਕਾਫੀ ਥਾਵਾਂ ਤੋਂ ਕਰਜ਼ਾ ਚੁੱਕਿਆ ਹੋਇਆ ਸੀ ਤੇ ਹੁਣ ਉਹ ਕਰਜ਼ਾ ਉਤਾਰਨ ਵਿੱਚ ਅਸਮਰੱਥ ਸੀ, ਕਿਉਂਕਿ ਨਾ ਤਾਂ ਉਸਦੇ ਕੋਲ ਪੈਸੇ ਸਨ ਕਿ ਉਹ ਕਰਜ਼ਾ ਉਤਾਰ ਸਕਣ ਤੇ ਨਾ ਹੀ ਕੋਈ ਕਮਾਈ ਦਾ ਚੰਗਾ ਹੀਲਾ ਵਸੀਲਾ। ਉੱਪਰੋਂ ਕਰਜ਼ਾ ਲੈਣ ਵਾਲਿਆਂ ਨੇ ਉਸਦੇ ਟੱਬਰ ਨੂੰ ਦੁਖੀ ਕਰ ਮਾਰਿਆ ਸੀ। ਹੁਣ ਤਾਂ ਲੋਕੀ ਘਰ ਆ ਕੇ ਉਸਨੂੰ ਧਮਕੀਆਂ ਦੇਣ ਲੱਗ ਪਏ ਸਨ ਤੇ ਨਾ ਚਾਹੁੰਦਿਆਂ ਵੀ ਸੁਨੇਹਾ ਦੇ ਪਿਓ ਨੂੰ ਆਪਣੀ ਵੱਡੀ ਧੀ ਨੂੰ ਕੁਰਬਾਨ ਕਰਨਾ ਪਿਆ ਤੇ ਉਸਦਾ ਵਿਆਹ ਮਹਿਤਾ ਪਰਿਵਾਰ ਦੇ ਤੀਜੇ ਮੁੰਡੇ ਸ਼ਿਵਮ ਨਾਲ ਕਰਨ ਲਈ ਤਿਆਰ ਹੋ ਗਿਆ। ਪਰ ਉਹ ਇਹ ਸਭ ਕੁਝ ਉਹਨਾਂ ਲਈ ਇੰਨਾ ਸੌਖਾ ਨਹੀਂ ਸੀ। ਆਖਿਰ ਗਰੀਬਾਂ ਦੀ ਲੋਕ ਰੱਜ ਕੇ ਪ੍ਰੀਖਿਆ ਲੈਂਦੇ ਨੇ। ਮਹਿਤਾ ਪਰਿਵਾਰ ਸੁਨੇਹਾ ਨਾਲ ਰਿਸ਼ਤਾ ਕਰਨ ਨੂੰ ਮੰਨ ਤਾਂ ਜਾਂਦੇ ਹਨ, ਪਰ ਉਹਨਾਂ ਦਾ ਮੁੰਡਾ ਸ਼ਿਵਮ ਇਸ ਸ਼ਰਤ ਤੇ ਰਿਸ਼ਤੇ ਨੂੰ ਹਾਂ ਕਰਦਾ ਹੈ ਕਿ ਪਹਿਲਾਂ ਸੁਨੇਹਾ ਦੀ ਜਾਂਚ ਕਰੇਗਾ। ਜਾਂਚ ਕਿਸ ਤਰ੍ਹਾਂ ਦੀ ਸੁਣ ਕੇ ਸੁਨੇਹਾ ਦੇ ਪਾਪਾ ਹੈਰਾਨ ਹੋ ਜਾਂਦੇ ਹਨ। ਇਸ ਨੂੰ ਸਿੱਧੇ ਤੌਰ ਤੇ ਕਹਾਂ ਤਾਂ ਇਸ ਦਾ ਅਰਥ ਹੈ ਇੱਕ ਜਾਂਚ ਜੋ ਇਹ ਪਰਿਭਾਸ਼ਿਤ ਕਰੇ ਕਿ ਤੁਹਾਡੀ ਕੁੜੀ ਸ਼ਰੀਫ, ਮਾਸੂਮ ਅਤੇ ਸਾਫ਼ ਸੁਥਰੇ ਆਚਰਣ ਦੀ ਕੁੜੀ ਹੈ। ਸ਼ਿਵਮ ਨੇ ਇਹ ਸਭ ਬਿਨਾਂ ਰੁਕੇ ਬੇਝਿਜਕ ਹੋ ਕੇ ਸਾਰਿਆਂ ਦੇ ਸਾਹਮਣੇ ਕਹਿ ਦਿੱਤਾ, ਕਿਉਂਕਿ ਉਸਨੂੰ ਨਹੀਂ ਸੀ ਲੱਗ ਰਿਹਾ ਕਿ ਉਸਨੇ ਕੁਝ ਗਲਤ ਮੰਗਿਆ ਹੈ। ਵੈਸੇ ਵੀ ਇਹ ਸ਼ਾਇਦ ਕੋਈ ਮਾਮੂਲੀ ਜਿਹੀ ਸ਼ਰਤ ਹੈ। ਵੈਸੇ ਵੀ ਆਪਾਂ ਦੋਵਾਂ ਨੇ ਉਹ ਕੁਝ ਲਿਆ ਹੈ ਜੋ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਲੋੜੀਂਦਾ ਸੀ। ਸੁਨੇਹਾ ਨੇ ਸੋਚਿਆ ਕਿ ਇਹ ਆਦਮੀ ਉਸਦੇ ਪਿਤਾ ਦੀ ਉਮਰ ਦੇ ਆਸ-ਪਾਸ ਦਾ ਹੈ, ਪਰੰਤੂ ਉਸਦੀ ਕੋਈ ਪਤਨੀ ਜਾਂ ਬੱਚੀ ਕਿਉਂ ਨਹੀਂ ਸੀ। ਇਸ ਲਈ ਉਸਨੇ ਅਨੁਮਾਨ ਲਗਾਇਆ ਕਿ ਉਸਨੂੰ ਸ਼ਾਇਦ ਉਹਦੀਆਂ ਗਲਤ ਹਰਕਤਾਂ ਕਰਕੇ ਹੀ ਕੋਈ ਰਿਸ਼ਤਾ ਨਾ ਕਰਦਾ ਹੋਵੇਗਾ। ਹੋਰ ਨਹੀਂ ਤਾਂ ਕੀ, ਇਹ ਸਭ ਗਲਤ ਹੀ ਤਾਂ ਹੈ। ਅਜਿਹਾ ਇਨਸਾਨ ਜੋ ਵਿਆਹ ਤੋਂ ਪਹਿਲਾਂ ਹੀ ਰਾਤ ਗੁਜ਼ਾਰਨ ਦੀ ਫਰਮਾਇਸ਼ ਰੱਖਦਾ ਹੋਵੇ, ਉਸ ਨਾਲ ਆਪਣੀ ਧੀ ਕੌਣ ਵਿਆਹੇਗਾ। ਕਾਸ਼ ਮੇਰੀ ਮਜਬੂਰੀ ਨਾ ਹੁੰਦੀ। ਇਹ ਸੋਚਦਿਆਂ ਉਸਦੀ ਰੂਹ ਕੰਬ ਗਈ। ਇੰਨੀ ਦੇਰ ਵਿੱਚ ਸ਼ਿਵਮ ਕਮਰੇ ਵਿੱਚ ਦਾਖਲ ਹੁੰਦਾ ਹੈ ਤੇ ਆ ਕੇ ਬੈੱਡ ਉੱਤੇ ਬੈਠ ਜਾਂਦਾ ਹੈ ਤੇ ਸੁਨੇਹਾ ਡਰ ਕੇ ਰਜਾਈ ਸਮੇਤ ਇੱਕ ਕੋਨੇ ਤੇ ਜਾ ਲੱਗਦੀ ਹੈ। ਸ਼ਿਵਮ ਆਪਣੀਆਂ ਦੋਵੇਂ ਲੱਤਾਂ ਉੱਪਰ ਚੁੱਕਦਾ ਹੈ ਅਤੇ ਬੈੱਡ ਤੇ ਬੈਠ ਜਾਂਦਾ ਹੈ। ਉਹ ਰਜਾਈ ਸਾਈਡ ਕਰਕੇ ਸੁਨੇਹਾ ਨੂੰ ਹੱਥ ਨਾਲ ਛੂਹਿਆ। ਥੋੜਾ ਮੋਟਾ ਅਤੇ ਠੰਡਾ ਹੱਥ ਜਦੋਂ ਸੁਨੇਹਾ ਤੇ ਲੱਗਦਾ ਹੈ ਤਾਂ ਉਹ ਹੋਰ ਡਰ ਜਾਂਦੀ ਹੈ। ਉਸਨੂੰ ਸ਼ਿਵਮ ਨਰਕ ਦੇ ਸ਼ੈਤਾਨ ਵਰਗਾ ਲੱਗਿਆ। ਉਹ ਡਰ ਗਈ ਅਤੇ ਚੀਕ ਉੱਠੀ। ਕਮਰੇ ਵਿੱਚ ਇੱਕ ਅਜੀਬ ਜਿਹੀ ਚੁੱਪ ਪਸਰ ਗਈ ਅਤੇ ਸੁਨੇਹਾ ਦਾ ਦਿਲ ਡਰ ਨਾਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਤੇ ਇੰਨੇ ਨੂੰ ਸ਼ਿਵਮ ਬੋਲਿਆ, ਡਰਦੇ ਹੋ? ਉਸਦੀ ਆਵਾਜ਼ ਬਹੁਤ ਰੁੱਖੀ ਸੀ ਅਤੇ ਡਰਾਵਨੀ ਸੀ, ਜਿਸ ਨੂੰ ਸੁਣ ਕੇ ਸੁਨੇਹਾ ਬਹੁਤ ਜ਼ਿਆਦਾ ਘਬਰਾ ਗਈ। ਉਹ ਚਾਹ ਕੇ ਵੀ ਸ਼ਿਵਮ ਨੂੰ ਇਹ ਨਹੀਂ ਦੱਸ ਸਕੀ ਕਿ ਉਹ ਉਸਨੂੰ ਕਿਸੇ ਰਾਖਸ਼ ਤੋਂ ਘੱਟ ਨਹੀਂ ਸਮਝ ਰਹੀ ਤੇ ਉਸਨੇ ਡਰ ਕੇ ਸਿਰਫ ਇੰਨਾ ਹੀ ਆਖਿਆ ਕਿ ਨਹੀਂ। ਸ਼ਿਵਮ ਨੇ ਸਿਰਫ ਮਹਿਸੂਸ ਕੀਤਾ ਕਿ ਆਵਾਜ਼ ਡਰੀ ਅਤੇ ਸਹਿਮੀ ਸੀ। ਜਿਵੇਂ ਹੀ ਉਹ ਸ਼ਿਵਮ ਵੱਲ ਦੇਖਦੀ ਹੈ ਤਾਂ ਉਹ ਉਸਨੂੰ ਗੁੱਸੇ ਵਿੱਚ ਲੱਗਿਆ। ਫਿਰ ਜਦੋਂ ਉਸਨੇ ਸੋਚਿਆ ਕਿ ਉਸਦੇ ਡੈਡੀ ਅਜੇ ਵੀ ਜਾਨ ਬਚਾਉਣ ਵਾਲੀ ਪੈਸੇ ਦੀ ਉਡੀਕ ਕਰ ਰਹੇ ਹਨ, ਉਸਨੇ ਆਪਣੇ ਦੰਦ ਫੜ ਲਏ ਅਤੇ ਡਰ ਸਹਿਣ ਕੀਤਾ। ਫਿਰ ਕੰਬਦੀ ਆਵਾਜ਼ ਨਾਲ ਕਿਹਾ ਕਿ ਮੈਂ ਥੋੜਾ ਡਰ ਰਹੀ ਹਾਂ, ਪਰ ਮੈਂ ਕਾਬੂ ਪਾ ਸਕਦੀ ਹਾਂ। ਉਹ ਇੱਕ ਆਦਮੀ ਵਰਗਾ ਜਾਪਦਾ ਸੀ, ਕਿਉਂਕਿ ਉਸਨੇ ਉਸਨੂੰ ਕੁਝ ਕਰਨ ਲਈ ਮਜਬੂਰ ਨਹੀਂ ਸੀ ਕੀਤਾ। ਉਸਨੇ ਕੰਧ ਵਿੱਚ ਸਵਿੱਚ ਨੂੰ ਟਿਕਾਉਣ ਲਈ ਆਪਣਾ ਹੱਥ ਉਠਾਇਆ, ਪਰ ਸੁਨੇਹਾ ਨੇ ਲਾਈਟ ਝੁਕਾਉਣ ਤੋਂ ਪਹਿਲਾਂ ਸ਼ਿਵਮ ਨੂੰ ਕੱਸ ਕੇ ਫੜ ਲਿਆ। ਉਸਦੀ ਆਵਾਜ਼ ਕੰਬ ਰਹੀ ਸੀ। ਲੋਕਾਂ ਤੋਂ ਉਸਨੇ ਅਕਸਰ ਸੁਣਿਆ ਹੋਇਆ ਸੀ ਕਿ ਮਹਿਤਾ ਪਰਿਵਾਰ ਦਾ ਤੀਜਾ ਮੁੰਡਾ ਇੱਕ ਭਿਆਨਕ ਅਤੇ ਭੂਤ ਵਰਗੀ ਦਿੱਖ ਦਾ ਸੀ, ਜੋ ਕਿ ਸਭ ਤੋਂ ਬਦਤਰ ਸੀ। ਉਸਦੇ ਚਿਹਰੇ ਉੱਤੇ ਉਂਗਲੀ ਜਿੰਨੇ ਲੰਬੇ ਵਾਲ ਤੇ ਦਾਗ ਸਨ।
ਉਸਨੇ ਕਿਹਾ ਕਿ ਇਹ ਮੇਰੀ ਪਹਿਲੀ ਰਾਤ ਹੈ, ਕੀ ਤੁਸੀਂ ਥੋੜ੍ਹੇ ਜਿਹੇ ਨਰਮ ਹੋ ਸਕਦੇ ਹੋ? ਸਨੇਹਾ ਨੇ ਨਿਮਰਤਾ ਨਾਲ ਕਿਹਾ। ਉਸਦੀ ਉਂਗਲ ਨੇ ਉਸਨੂੰ ਛੂਹਿਆ, ਫਿਰ ਉਸਦੇ ਨੱਕ, ਬੁੱਲ ਅਤੇ ਉਸਦੀ ਪਤਲੀ ਗਰਦਨ, ਫਿਰ ਉਸਦੇ ਨਾਜ਼ੁਕ ਮੋਢਿਆਂ ਅਤੇ ਕਾਲਰ-ਬੋਨ ਤੱਕ। ਹੇਠਾਂ-ਹੇਠਾਂ ਉਸਦਾ ਮਨਮੋਹਕ ਸਾਹ ਲੈਣ ਵਾਲਾ, ਲੁਭਾਉਣ ਵਾਲਾ, ਰਹੱਸਮਈ ਲੱਗ ਰਿਹਾ ਸੀ। ਉਹ ਕਠੋਰ ਹੋ ਗਈ ਅਤੇ ਬਾਅਦ ਵਿੱਚ ਉਸਨੇ ਵਿਸ਼ਵਾਸ ਕੀਤਾ, ਉਸੇ ਪਲ ਉਹ ਸ਼ਾਇਦ ਪੱਥਰ ਦੀ ਤਰ੍ਹਾਂ ਕਠੋਰ ਹੋ ਸਕਦੀ ਸੀ। ਉਸਦੇ ਛੋਟੇ ਹੱਥਾਂ ਨੇ ਚਾਦਰ ਨੂੰ ਇੰਨੀ ਸਖ਼ਤੀ ਨਾਲ ਫੜਿਆ, ਉਸਨੇ ਉਸਨੂੰ ਲਗਭਗ ਟੁਕੜਿਆਂ ਦੇ ਵਿੱਚ ਪਾੜ ਦਿੱਤਾ। ਸ਼ਿਵਮ ਜਾਣਦਾ ਸੀ ਕਿ ਉਹ ਭੈਭੀਤ ਸੀ, ਪਰ ਉਸਨੇ ਫਿਰ ਵੀ ਆਪਣਾ ਸਮਾਂ ਕੱਢ ਲਿਆ, ਜਿਵੇਂ ਕਿ ਉਹ ਜਾਣਬੁੱਝ ਕੇ ਉਸਨੂੰ ਤੋੜ ਰਿਹਾ ਸੀ। ਕੀ ਤੁਸੀਂ ਜਾਣਦੇ ਹੋ ਕਿ ਅੱਜ ਰਾਤ ਇੱਥੇ ਪਈ, ਇਸ ਦਾ ਕੀ ਅਰਥ ਹੈ? ਇਸ ਦਾ ਮਤਲਬ ਹੈ ਕਿ ਮੈਂ ਹੁਣ ਤੋਂ ਤੁਹਾਡੀ ਹਾਂ। ਇਹ ਕਹਿੰਦਿਆਂ ਉਸਨੇ ਆਪਣਾ ਹੱਥ ਵੀ ਹੇਠਾਂ ਵੱਲ ਵਧਾਇਆ। ਆਪਣੀ ਪੂਰੀ ਜ਼ਿੰਦਗੀ ਵਿੱਚ ਸਨੇਹਾ ਨੇ ਕਦੇ ਇਸ ਤਰ੍ਹਾਂ ਦੇ ਸ਼ਰਮਨਾਕ ਪਲ ਦਾ ਤਜਰਬਾ ਨਹੀਂ ਕੀਤਾ ਸੀ ਅਤੇ ਹੁਣ ਉਸਨੇ ਆਪਣਾ ਚਿਹਰਾ ਧੁੰਦਲਾਇਆ ਜਿਹਾ ਮਹਿਸੂਸ ਕੀਤਾ ਤੇ ਉਸਨੇ ਮਰਨ ਨੂੰ ਤਰਜੀਹ ਦਿੱਤੀ। ਸਨੇਹਾ ਸਪਸ਼ਟ ਤੌਰ ਤੇ ਇਸ ਆਦਮੀ ਨੂੰ ਆਪਣੇ ਡੂੰਘੇ ਦਿਲ ਵਿੱਚ ਨਫ਼ਰਤ ਕਰਨ ਤੋਂ ਇਲਾਵਾ ਹੋਰ ਕੋਈ ਭਾਵਨਾ ਮਹਿਸੂਸ ਨਹੀਂ ਸੀ ਕਰ ਰਹੀ। ਭਵਿੱਖ ਵਿੱਚ ਉਸ ਕੋਲ ਇਸ ਰਾਤ ਅਤੇ ਉਸਦੀ ਪਤਨੀ ਬਣਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਉਹ 40 ਤੋਂ ਉੱਪਰ ਹੋ ਗਿਆ ਸੀ, ਜਦਕਿ ਉਹ ਸਿਰਫ 18 ਸਾਲ ਦੀ ਸੀ। ਉਹਨਾਂ ਦੀ ਉਮਰ ਵਿੱਚ ਇੰਨਾ ਜ਼ਿਆਦਾ ਅੰਤਰ ਸੀ। ਸ਼ਾਇਦ ਇਹ ਉਸਦੀ ਕਿਸਮਤ ਸੀ। ਉਸਨੇ ਸੋਚਿਆ ਕਿ ਕਿਸਮਤ ਦਾ ਲਿਖਿਆ ਹੋਇਆ ਕੋਈ ਨਹੀਂ ਬਦਲ ਸਕਦਾ। ਉਹ ਮਨ ਹੀ ਮਨ ਸੋਚ ਰਹੀ ਸੀ। ਸ਼ਿਵਮ ਲਗਾਤਾਰ ਉਸਨੂੰ ਛੂਹੇ ਜਾ ਰਿਹਾ ਸੀ, ਪਰ ਉਹ ਬਿਲਕੁਲ ਵੀ ਮੂਡ ਵਿੱਚ ਨਹੀਂ ਸੀ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਕਰ ਸਕਦੀ ਸੀ। ਆਪਣੇ ਆਪ ਨੂੰ ਬੇਵੱਸ ਅਤੇ ਲਾਚਾਰ ਮਹਿਸੂਸ ਕਰਨ ਲੱਗੀ। ਜੋ ਵੀ ਸ਼ਿਵਮ ਉਸ ਤੋਂ ਚਾਹੁੰਦਾ ਸੀ, ਕਿਉਂਕਿ ਉਹ ਆਦਮੀ ਉਸਦਾ ਹੋਣ ਵਾਲਾ ਪਤੀ ਸੀ ਤੇ ਕਿਸੇ ਕਿਸਮ ਦਾ ਵਿਰੋਧ ਉਸਦੀ ਮੰਗਣੀ ਤੁੜਵਾ ਸਕਦਾ ਸੀ। ਇਸਦੇ ਨਾਲ ਹੀ ਉਸਦੇ ਪਰਿਵਾਰ ਉੱਤੇ ਫਿਰ ਤੋਂ ਮੁਸੀਬਤਾਂ ਦਾ ਪਹਾੜ ਟੁੱਟ ਸਕਦਾ ਸੀ। ਸ਼ਿਵਮ ਨੇ ਖੁੱਲ੍ਹ ਕੇ ਆਪਣਾ ਮੂੰਹ ਖੋਲ੍ਹਿਆ ਤੇ ਆਖਿਆ, ਥੋੜ੍ਹੀ ਦੇਰ ਖੋਲ੍ਹੋ ਇਸਨੂੰ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਾਂਚ ਦਾ ਅਰਥ ਕੀ ਹੈ। ਸਨੇਹਾ ਨੂੰ ਨਾ ਚਾਹੁੰਦਿਆਂ ਵੀ ਇਸ ਸਭ ਲਈ ਤਿਆਰ ਹੋਣਾ ਪਿਆ। ਕਿੰਨੀ ਅਜੀਬ ਗੱਲ ਹੈ ਨਾ ਕਿ ਅਜੇ ਇੱਕ ਦਿਨ ਪਹਿਲਾਂ ਹੀ ਉਸਨੇ ਆਪਣੀ 18ਵਾਂ ਜਨਮ ਦਿਨ ਮਨਾਇਆ ਸੀ, ਆਪਣੇ ਬਾਲਗ ਹੋਣ ਤੇ ਜਸ਼ਨ ਮਨਾਇਆ ਸੀ ਤੇ ਉਸਨੇ ਸੋਚਿਆ ਵੀ ਨਹੀਂ ਸੀ ਕਿ ਜ਼ਿੰਦਗੀ ਉਸਨੂੰ ਇਸ ਦੁਰਾਹੇ ਤੇ ਲੈ ਆਵੇਗੀ ਕਿ ਇੱਕ ਬੁੱਢੇ ਆਦਮੀ ਦੇ ਅੱਗੇ ਪੱਕੇ ਹੋਏ ਫਲ ਦੀ ਤਰ੍ਹਾਂ ਉਸਨੂੰ ਪਰੋਸ ਦਿੱਤਾ ਜਾਵੇਗਾ। ਦੋਸਤੋ, ਜੇਕਰ ਤੁਸੀਂ ਕਹਾਣੀ ਦਾ ਅਗਲਾ ਪਾਰਟ ਸੁਣਨਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਤਾਂ ਮਿਲਦੇ ਹਾਂ ਇਸ ਦੇ ਨੈਕਸਟ ਪਾਰਟ ਦੇ ਨਾਲ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।